ਸ਼੍ਰੀ ਅਕਾਲ ਬੱਚਿਓ। ਅੱਜ ਆਪਾਂ ਤੁਹਾਡੇ ਲਈ PSTSC ਜੋ 2019 ਦੇ ਵਿੱਚ ਹੋਇਆ ਸੀ ਉਹਦੇ ਵਿੱਚੋਂ ਆਪਾਂ ਬੇਟਾ ਸਾਇੰਸ ਔਰ ਮੈਥ ਪੋਰਸ਼ਨ ਹੱਲ ਕਰਾਂਗੇ। ਤੁਸੀਂ ਇਸ ਨੂੰ ਧਿਆਨ ਨਾਲ ਸਮਝਣਾ ਹੈ, ਇਹਨੂੰ ਵੀਡੀਓ ਨੂੰ ਅੱਗੇ ਨਹੀਂ ਟਪਾਉਣਾ, ਤੁਸੀਂ ਕੱਲੀ ਕੱਲੀ ਗੱਲ ਨੂੰ ਸੁਣਨਾ ਹੈ। ਠੀਕ ਹੈ ਬੇਟਾ, ਕਰੀਏ ਸਟਾਰਟ। ਫਸਟ ਕੁਐਸਚਨ ਤੋਂ, ਬਾਇਓਗੈਸ ਦਾ ਮੁੱਖ ਘਟਕ ਹੈ ਕਿਹੜਾ ਹੈ? ਇਹ ਆਪਾਂ ਆਪਣੀਆਂ ਵੀਡੀਓ 'ਚ ਵੀ ਡਿਸਕਸ ਕੀਤਾ ਹੋਇਆ। ਕਿਹੜਾ ਹੁੰਦਾ ਬਾਇਓਗੈਸ ਦਾ ਮੁੱਖ ਘਟਕ? ਮੇਨ ਕੰਪੋਨੈਂਟ ਕਿਹੜਾ ਹੁੰਦਾ ਬੇਟਾ? ਮੀਥੇਨ। ਠੀਕ ਹੈ, CH4। ਅਗਲਾ, ਹੇਠ ਲਿਖਿਆਂ ਵਿੱਚੋਂ ਕਿਹੜਾ ਨਾ ਨਵਿਆਉਣਯੋਗ ਊਰਜਾ ਸਰੋਤ ਹੈ? 92 ਦਾ ਨਾ ਨਵਿਆਉਣਯੋਗ ਊਰਜਾ ਸਰੋਤ ਆ ਜਿਹੜਾ ਉਹ ਕਿਹੜਾ? ਫਾਸਲ ਇੰਧਨ। ਠੀਕ ਹੈ, ਫਾਸਲ ਫਿਊਲ, ਖਤਮ ਹੋਣ ਵਾਲਾ ਇਹ। ਪੌਣ ਊਰਜਾ, ਠੀਕ ਹੈ, ਸੂਰਜੀ ਊਰਜਾ, ਇਹ ਨਹੀਂ ਮੁੱਕਣ ਵਾਲੇ। ਠੀਕ ਹੈ, ਫਾਸਲ ਇੰਧਨ ਆਉਣਾ ਸੀ ਇਹਦੇ ਲਈ। ਸਧਾਰਨ ਮਨੁੱਖੀ ਅੱਖ ਦਾ ਦੂਰ ਬਿੰਦੂ ਡੈਸ਼ ਕਿੰਨੇ ਦੇ ਹੁੰਦਾ ਵੀ? ਦੂਰ ਬਿੰਦੂ ਆਪਾਂ ਦੱਸਣਾ। ਕਈ ਬੱਚੇ ਇਹਨੂੰ ਗਲਤੀ ਨਾਲ 25 ਸੈਂਟੀਮੀਟਰ ਲਾਉਣਗੇ, ਇਹ ਦੂਰ ਬਿੰਦੂ ਨਹੀਂ ਹੈ, ਇਹ ਨੇੜੇ ਵਾਲਾ ਬਿੰਦੂ ਹੈ, ਤਾਂ ਇਸ ਲਈ ਸਹੀ ਆਪਸ਼ਨ ਅਨੰਤ ਹੁੰਦਾ ਹੈ, ਦੂਰ ਬਿੰਦੂ। ਬਿਜਲੀ ਸ਼ਕਤੀ ਦਾ ਮਾਤਰਕ ਹੈ ਇਲੈਕਟ੍ਰਿਕ ਪਾਵਰ, ਯੂਨਿਟ ਆਫ ਇਲੈਕਟ੍ਰਿਕ ਪਾਵਰ ਇਜ਼ ਵਾਟ। ਠੀਕ ਹੈ, ਇਲੈਕਟ੍ਰਿਕ ਪਾਵਰ ਆ ਬਿਜਲੀ ਸ਼ਕਤੀ ਹੈ ਜਿਹੜੀ ਉਹ ਵਾਟ ਦੇ ਵਿੱਚ ਮਾਪੀ ਜਾਂਦੀ ਹੈ। ਐਂਪੀਅਰ ਕਿਹਦਾ? ਬਿਜਲੀ ਧਾਰਾ ਦੀ ਇਕਾਈ ਹੈ। ਵੋਲਟੇਜ ਪੋਟੈਂਸ਼ੀਅਲ ਅੰਤਰ ਦੀ ਇਹ ਓਮ ਆ ਜਿਹੜੀ ਉਹ ਪ੍ਰਤੀਰੋਧ ਦੀ ਇਕਾਈ ਹੈ। ਅਗਲਾ, ਕਿਸੇ ਚਾਲਕ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਕਰਨ ਤੋਂ ਉਤਪੰਨ ਚੁੰਬਕੀ ਖੇਤਰ ਦੀ ਦਿਸ਼ਾ ਅਸੀਂ ਕਿਸ ਨਿਯਮ ਦੁਆਰਾ ਪਤਾ ਕਰਦੇ ਹਾਂ ਬੇਟਾ? ਮੈਕਸਵੈਲ ਦੇ ਸੱਜੇ ਹੱਥ ਨਿਯਮ ਦੁਆਰਾ ਆਪਾਂ ਪਤਾ ਕਰਦੇ ਹਾਂ। ਜਿਹੜਾ ਆਪਣੇ ਬਿਜਲੀ ਧਾਰਾ ਦੇ ਚੁੰਬਕੀ ਪ੍ਰਭਾਵ ਸ਼ੁਰੂ ਦੇ ਵਿੱਚ ਹੀ ਆਉਂਦਾ ਹੈ। ਠੀਕ ਹੈ, ਇਹ ਕੰਸੈਪਟ ਉਹ ਆਪਾਂ ਸੱਜਾ ਹੱਥ ਨਿਯਮ ਬੋਲਦੇ ਨੇ, ਉਹ ਮੈਕਸਵੈਲ ਦਾ ਸੱਜਾ ਹੱਥ ਨਿਯਮ ਹੁੰਦਾ ਹੈ। ਅਗਲਾ, ਇੱਕ ਉੱਤਲ ਲੰਜ ਦੀ ਸ਼ਕਤੀ 2 ਡਾਇਪਟਰ ਹੈ, ਇਸਦੀ ਫੋਕਸ ਦੂਰੀ ਕੀ ਹੋਏਗੀ? ਕਈ ਵਾਰੀ ਕਰ ਲਿਆ। ਫੋਕਸ ਦੂਰੀ ਆ ਜਿਹੜੀ ਉਹ ਪਾਵਰ ਦਾ ਉਲਟ ਹੁੰਦੀ ਹੈ, ਮਤਲਬ 1/2 0.5 ਮੀਟਰ 0.5 ਮੀਟਰ ਹੋਊਗੀ। ਇਹ ਸੈਂਟੀਮੀਟਰਾਂ ਦਿੱਤੀਆਂ ਤਾਂ ਇਹਨੂੰ ਆਪਾਂ 100 ਨਾਲ ਗੁਣਾ ਕਰ ਲਾਂਗੇ, ਸੈਂਟੀਮੀਟਰ 'ਚ ਬਦਲ ਜੂਗੀ, ਮਤਲਬ 50 ਸੈਂਟੀਮੀਟਰ। ਠੀਕ ਹੈ ਬੇਟਾ, ਤਾਂ ਇਹਦੇ ਲਈ ਚੌਥੀ ਆਪਸ਼ਨ ਸਹੀ ਬਣੇਗੀ। ਜੇਕਰ ਕਿਸੇ ਤਰੰਗ ਦੀ ਆਵਰਤੀ 3 ਗੁਣਾ ਕਰ ਦਿੱਤੀ ਜਾਵੇ ਤਾਂ ਇਸ ਦੀ ਤਰੰਗ ਦੀ ਲੰਬਾਈ ਕੀ ਹੋਏਗੀ? ਇਹ ਵੀ ਆਪਾਂ ਕਰਕੇ ਹਟੇ ਹਾਂ। ਕਿੰਨੀ ਹੋ ਜਾਏਗੀ? C ਆਪਣੇ ਕੋਲੇ F ਲੈਮਡਾ ਹੁੰਦਾ ਹੈ, ਜਾਂ ਆਪਾਂ ਕਹਿ ਲਈਏ V = F ਲੈਮਡਾ ਆਵਰਤੀ। ਠੀਕ ਹੈ, F ਲੈਮਡਾ, ਇੱਥੋਂ ਲੈਮਡਾ ਕਿਹਦੇ ਬਰਾਬਰ ਹੋ ਜੂ? V/F। ਹੁਣ ਜੇ ਆਪਾਂ ਇਹ 3 ਗੁਣਾ ਕਰਤੀ, F ਨੂੰ ਆਪਾਂ 3 ਗੁਣਾ ਕਰਤਾ, 3F ਕਰਤਾ, ਤਾਂ ਤਰੰਗ ਲੰਬਾਈ ਕਿੰਨੀ ਹੋ ਜੂਗੀ? 1/3 ਹੋ ਜੂ। 1/3 ਹੋ ਗਈ ਨਾ ਤਰੰਗ ਲੰਬਾਈ ਤਾਂ 1/3 ਹੋ ਜਾਏਗੀ। ਅਸਲ ਦਾ 1/3 ਹੋ ਜਾਏਗੀ। 98, ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਜੀਵ ਅਲਟਰਾਸਾਊਂਡ ਤਰੰਗਾਂ ਨੂੰ ਨਹੀਂ ਸੁਣ ਸਕਦਾ? ਠੀਕ ਹੈ, ਅਲਟਰਾਸਾਊਂਡ ਮਤਲਬ ਜਿਨ੍ਹਾਂ ਦੀ ਆਵਰਤੀ ਹੈ ਜਿਹੜੀ ਉਹ 20,000 ਹਰਟਜ਼ ਤੋਂ ਜ਼ਿਆਦਾ ਹੋਵੇ। ਜਿਨ੍ਹਾਂ ਦੀ ਆਵਰਤੀ 20,000 ਹਰਟਜ਼ ਤੋਂ ਜ਼ਿਆਦਾ ਹੋਵੇ ਉਹ ਅਲਟਰਾਸੋਨਿਕ ਹੁੰਦੀਆਂ ਨੇ, ਇਹਨਾਂ ਨੂੰ ਨਹੀਂ ਸੁਣ ਸਕਦਾ। ਕਿਹੜਾ ਉਹ ਬੇਟਾ? ਮਨੁੱਖ, ਕਿਉਂਕਿ 20 ਹਰਟਜ਼ ਤੋਂ ਲੈ ਕੇ 20,000 ਹਰਟਜ਼ ਤੱਕ ਹੀ ਸੁਣ ਸਕਦਾ ਉਹ ਮਨੁੱਖੀ ਕੰਨ। 20 ਹਰਟਜ਼ ਤੋਂ ਜ਼ਿਆਦਾ ਆਵਰਤੀ ਦੀਆਂ ਤਰੰਗਾਂ ਨੂੰ ਮਨੁੱਖੀ ਕੰਨ ਆ ਜਿਹੜਾ ਉਹ ਨਹੀਂ ਸੁਣ ਸਕਦਾ। ਜਿਹੜੀਆਂ ਇੱਕ ਹੁੰਦੀਆਂ ਅਲਟਰਾਸੋਨਿਕ ਜਿਨ੍ਹਾਂ ਦੀ ਆਵਰਤੀ 20,000 ਹਰਟਜ਼ ਤੋਂ ਜ਼ਿਆਦਾ ਹੁੰਦੀ ਹੈ, ਇੱਕ ਹੁੰਦੀਆਂ ਇਨਫਰਾਸੋਨਿਕ ਜਿਨ੍ਹਾਂ ਦੀ 20 ਹਰਟਜ਼ ਤੋਂ ਘੱਟ ਹੁੰਦੀ ਹੈ। ਠੀਕ ਹੈ ਬੇਟਾ, ਮੋਟਰ ਵਾਹਨਾਂ ਵਿੱਚ ਪਿੱਛੇ ਦਾ ਦ੍ਰਿਸ਼ ਦੇਖਣ ਲਈ ਵਰਤੋਂ ਕਰਦੇ ਹਾਂ, ਕਾਫੀ ਇੰਪੋਰਟੈਂਟ ਹੈ ਇਹ। ਕਿਸ ਦੀ ਵਰਤੋਂ ਕਰਦੇ ਹਾਂ ਬੇਟਾ? ਉੱਤਲ ਦਰਪਣ ਦੀ। ਪਿੱਛੇ ਦਾ ਦ੍ਰਿਸ਼ ਦੇਖਣ ਲਈ ਉੱਤਲ ਦਰਪਣ ਦੀ ਵਰਤੋਂ ਹੁੰਦੀ ਹੈ। ਸਮਤਲ ਦਰਪਣ ਆ ਜਿਹੜਾ ਘਰਾਂ ਵਿੱਚ ਆਮ ਸ਼ੀਸ਼ਾ ਜਿਹੜਾ ਆਪਾਂ ਵਰਤਦੇ ਹਾਂ। ਅਵਤਲ ਦਰਪਣ ਜਿਹੜਾ ਸ਼ੇਵਿੰਗ ਵਾਸਤੇ ਵਰਤਿਆ ਜਾਂਦਾ, ਇਹਨੂੰ ਸ਼ੇਵਿੰਗ ਦਰਪਣ ਵੀ ਕਹਿੰਦੇ ਆ। ਨਾਈ ਦੀਆਂ ਦੁਕਾਨਾਂ ਦੇ ਵਿੱਚ, ਹੇਅਰ ਡਰੈਸਰ, ਠੀਕ ਹੈ, ਬਿਊਟੀ ਪਾਰਲਰਾਂ ਦੇ ਵਿੱਚ ਇਹਨੂੰ ਯੂਜ਼ ਕੀਤਾ ਜਾਂਦਾ ਕਿਉਂਕਿ ਇਹ ਵੱਡਾ ਪ੍ਰਤੀਬਿੰਬ ਬਣਾਉਂਦਾ ਹੈ। ਅਗਲਾ, ਘਰੇਲੂ ਪਰਿਪੱਥ ਵਿੱਚ ਪ੍ਰਯੋਗ ਕੀਤੀ ਜਾਣ ਵਾਲੀ ਉਦਾਸੀਨ ਤਾਰ ਦਾ ਰੰਗ ਕੀ ਹੁੰਦਾ? ਇਹ ਤਾਂ ਕਾਫੀ ਵਾਰੀ ਆ ਚੁੱਕਿਆ ਨਾ। ਕੀ ਹੁੰਦਾ ਬੇਟਾ? ਉਦਾਸੀਨ ਤਾਰ ਦਾ ਰੰਗ ਕਾਲਾ ਹੁੰਦਾ। ਠੀਕ ਹੈ, ਅਗਲਾ, sin I/sin R ਦੇ ਸੰਬੰਧ ਨੂੰ ਸਭ ਤੋਂ ਪਹਿਲਾਂ ਸਥਾਪਿਤ ਕੀਤਾ ਕਿਹਨੇ ਕੀਤਾ ਸੀ? ਵੀ ਸਨੈਲ ਨੇ ਕੀਤਾ ਸੀ। ਵੀ ਮਿਊ ਬਰਾਬਰ ਅਪਵਰਤਨ ਅੰਕ ਹੁੰਦਾ sin I/sin R। ਠੀਕ ਹੈ, ਪੜ੍ਹਦੇ ਹਾਂ ਆਪਾਂ, ਸਨੈਲ ਦਾ ਨਿਯਮ ਵੀ ਬੋਲਦੇ ਇਹਨੂੰ ਆਪਾਂ। ਤਾਂ ਸਭ ਤੋਂ ਪਹਿਲਾਂ ਕਿਹਨੇ ਉਹ ਕੀਤਾ? ਇਹ ਸਨੈਲ ਨੇ। 1/3R ਦੇ 3 ਪ੍ਰਤੀਰੋਧਕਾਂ ਨੂੰ ਕਿਸ ਤਰ੍ਹਾਂ ਸੰਯੋਜਿਤ ਕਰਕੇ
ਵੱਧ ਤੋਂ ਵੱਧ ਪ੍ਰਤੀਰੋਧ ਪ੍ਰਾਪਤ ਕਰ ਸਕਦੇ ਹਾਂ। ਕਿਵੇਂ ਪ੍ਰਾਪਤ ਕਰ ਸਕਦੇ ਹਾਂ ਬੇਟਾ? ਇਹਨਾਂ ਨੂੰ ਲੜੀ ਦੇ ਵਿੱਚ ਲਾ ਕੇ, ਠੀਕ ਹੈ। ਲੜੀ ਦੇ ਵਿੱਚ ਜੋੜ ਹੋ ਜਾਊਗਾ, ਠੀਕ ਹੈ। 1/3R ਪਲੱਸ 1/3R ਪਲੱਸ 1/3R ਜੁੜ ਜਾਣਗੇ। 3R/3 ਜੋ ਕੱਟ ਕੇ ਕਿੰਨਾ ਆ ਜਾਊਗਾ? 1R ਆਊਗਾ, ਠੀਕ ਹੈ। ਇਹ ਵੱਧ ਤੋਂ ਵੱਧ ਪ੍ਰਤੀਰੋਧ ਹੈ 1R। ਇਹ ਕਿਵੇਂ ਬਣ ਜਾਊਗਾ? ਲੜੀ ਵਿੱਚ ਲਾ ਕੇ ਬਣ ਜਾਣਾ। ਜਦੋਂ ਅੱਖ ਵਿੱਚ ਪ੍ਰਕਾਸ਼ ਕਿਰਨਾਂ ਦਾਖਲ ਹੁੰਦੀਆਂ ਹਨ ਤਾਂ ਵਧੇਰਾ ਪ੍ਰਕਾਸ਼ ਕਿਸ ਰਾਹੀਂ ਅਪਵਰਤਿਤ ਹੁੰਦਾ ਹੈ? ਵਧੇਰਾ ਪ੍ਰਕਾਸ਼ ਆਪਾਂ ਦੱਸਣਾ ਵੀ ਕਿਸ ਰਾਹੀਂ ਪਰਿਵਰਤਿਤ ਹੁੰਦਾ ਹੈ। ਅੱਖ, ਮਨੁੱਖੀ ਅੱਖ ਬਾਰੇ ਆਪਾਂ ਡਿਟੇਲ 'ਚ ਪੜ੍ਹਿਆ। ਕਿਸ ਰਾਹੀਂ ਹੁੰਦਾ ਇਹ? ਕਾਰਨੀਆਂ ਦੀ ਬਾਹਰੀ ਸਤ੍ਹਾ ਦੁਆਰਾ ਇਹ ਅਪਵਰਤਿਤ ਹੁੰਦਾ ਹੈ। ਹੇਠਲੀਆਂ ਵਿੱਚੋਂ ਕਿਹੜੀ ਵਿਧੀ ਲੋਹੇ ਨੂੰ ਜੰਗ ਲੱਗਣ ਤੋਂ ਬਚਾਉਣ ਲਈ ਠੀਕ ਹੈ? ਆਪਾਂ ਧਾਤਾਂ ਤੇ ਧਾਤਾਂ ਦੀ ਵੀਡੀਓ ਬਣਾਈ ਸੀ ਸਾਇੰਸ 'ਤੇ, ਉਹਦੇ ਵਿੱਚ ਵੀ ਡਿਸਕਸ ਕੀਤਾ ਸੀ। ਪੇਂਟ ਕਰਕੇ ਗਰੀਸ ਲਗਾਉਣਾ, ਜਿੰਕ ਦੀ ਪਰਤ ਚੜਾਉਣਾ, ਸਾਰੇ ਕਿਹੜਾ ਵੀ ਇਹਦੇ ਲਈ ਸਹੀ? ਲੋਹੇ ਨੂੰ ਜੰਗ ਲਗਾਉਣ ਤੋਂ ਬਚਾਉਣ ਲਈ ਆਪਾਂ ਸਾਰੀਆਂ ਚੀਜ਼ਾਂ ਹੀ ਕਰ ਸਕਦੇ ਹਾਂ, ਠੀਕ ਹੈ। ਪੇਂਟ ਵੀ ਕੀਤਾ ਜਾ ਸਕਦਾ ਹੈ, ਗਰੀਸ ਵੀ ਕੀਤਾ ਜਾ ਸਕਦਾ, ਜਿੰਕ ਦੀ ਪਰਤ ਚੜਾਈ ਜਾ ਸਕਦੀ ਹੈ, ਉਪਰੋਕਤ ਸਾਰੇ, ਠੀਕ ਹੈ। ਅਗਲਾ ਕੁਐਸਚਨ CH3CH2OH KMnO4X, ਠੀਕ ਹੈ। KMnO4 ਆ ਜਿਹੜਾ ਉਹ ਆਕਸੀਕਾਰਕ ਦਾ ਕੰਮ ਕਰਦਾ। ਆਕਸੀਕਾਰਕ ਦਾ ਕੰਮ ਕਰਦਾ ਮਤਲਬ ਇਹਦੇ ਵਿੱਚ ਆਕਸੀਡੇਸ਼ਨ ਕਰੂਗਾ, ਠੀਕ ਹੈ। ਇਹਦੀ ਆਕਸੀਕਰਨ ਹੋਊਗੀ। ਆਕਸੀਕਰਨ ਦੇ ਵਿੱਚ ਕੀ ਹੋਊਗਾ ਬੇਟਾ? ਹਾਈਡਰੋਜਨ ਦੀ ਰਿਮੂਵਲ ਹੋਊ, ਹਾਈਡਰੋਜਨ ਬਾਹਰ ਨਿਕਲੂ, ਆਕਸੀਜਨ ਐਡ ਹੋਊਗੀ ਤਾਂ ਕੰਪਾਊਂਡ ਕਿਹੜਾ ਬਣੂਗਾ? ਐਸਟਿਕ ਐਸਿਡ। CH3COOH 105 ਦਾ ਪਹਿਲਾ ਹੋਏਗਾ। ਪ੍ਰੋਪੇਨ ਵਿੱਚ ਕਿੰਨੇ ਸਹਿ ਸੰਯੋਜੀ ਬੰਧਨ ਹਨ? ਇਹ ਤਾਂ ਆਪਾਂ ਕਿੰਨੀ ਵਾਰੀ ਕਰ ਲਿਆ। ਪ੍ਰੋਪੇਨ ਮਤਲਬ ਕਿੰਨੀਆਂ ਬਣ ਗਈਆਂ? 4। ਤਾਂ ਦੇਖ ਲਓ ਫਿਰ ਆਹ ਸਾਰੇ ਐਚ ਲੱਗ ਜਾਣਗੇ ਨਾ, ਇੱਧਰ ਸਾਰੇ ਪਾਸੇ ਐਚ ਲੱਗ ਜਾਣਗੇ। ਅਲਕੇਨ ਦੀ ਫਾਰਮ ਤਾਂ ਸਿੰਗਲ ਬੌਂਡ ਹੋਊਗਾ, ਠੀਕ ਹੈ। ਹੁਣ ਦੇਖੋ ਫਿਰ ਕਿੰਨੇ ਸਹਿ ਸੰਯੋਜੀ ਬੰਧਨ ਹਨ? 3 ਤੇ 3 6 ਤੇ 3 9 ਤੇ 3 12 ਤੇ 1 13। ਉਹ ਪ੍ਰੋਪੇਨ ਇਹ ਆਪਾਂ ਬਿਊਟੇਨ ਲਈ ਕਰ ਲਿਆ। ਬਿਊਟੇਨ ਦੇ ਵਿੱਚ 4 ਹੁੰਦੇ ਨੇ, ਬਿਊਟੇਨ ਦੇ ਵਿੱਚ 13 ਹੋਣਗੇ। ਆਪਾਂ ਪ੍ਰੋਪੇਨ ਲਈ ਕਰਨਾ, ਸੌਰੀ। ਪ੍ਰੋਪੇਨ ਦੇ ਵਿੱਚ 3 ਕਾਰਬਨਾਂ ਹੁੰਦੀਆਂ, 3 ਲਾ ਲਓ। ਇਹਦੇ ਵਿੱਚ ਦੇਖੋ ਕਿੰਨੇ ਨੇ ਬੇਟਾ? ਕਿੰਨੇ ਨੇ? 3 ਤੇ 3 6 ਤੇ 3 9 ਤੇ 1 10 ਸਹਿ ਸੰਯੋਜੀ ਬੰਧਨ ਹਨ, ਠੀਕ ਹੈ। ਪਹਿਲਾਂ ਆਪਾਂ ਬਿਊਟੇਨ ਲਈ ਕਰ ਗਏ ਸੀ ਭੁੱਲ ਕੇ, ਤਾਂ ਇਹਦੇ ਲਈ 10 ਆਏਗਾ। 10 ਸਹਿ ਸੰਯੋਜੀ ਬੰਧਨ ਹਨ। ਅਗਲਾ ਤੱਤ XXCl3 ਸੂਤਰ ਵਾਲਾ ਕਲੋਰਾਈਡ ਬਣਾਉਂਦਾ ਹੈ। ਤੱਤ X ਆਵਰਤੀ ਸਾਰਣੀ ਦੇ ਉਸ ਗਰੁੱਪ ਵਿੱਚ ਹੋਵੇਗਾ ਜਿਸ ਵਿੱਚ ਕਿਹੜਾ ਵੀ XCl3 ਮਤਲਬ X ਦੇ ਉੱਤੇ ਕਿੰਨਾ ਪੋਜ਼ੀਟਿਵ ਚਾਰਜ ਹੈ? 3 ਪੋਜ਼ੀਟਿਵ, ਕਿਉਂਕਿ ਕਲੋਰੀਨ 3 ਲੱਗੇ ਹੋਏ ਆ। ਤਾਂ ਇਹਨਾਂ ਦੇ ਵਿੱਚੋਂ ਕਿਹਦੇ 'ਤੇ 3 ਪੋਜ਼ੀਟਿਵ ਚਾਰਜ ਆਉਂਦਾ ਬੇਟਾ? ਇਹਨਾਂ 'ਚੋਂ ਕਿਸੇ 'ਚ ਨਹੀਂ ਆਉਂਦਾ। ਕਿਤੇ ਆਉਂਦਾ? ਐਲੂਮੀਨੀਅਮ ਨੂੰ ਲਿਖਦੇ ਆ ਨਾ ਆਪਾਂ, ਐਲੂਮੀਨੀਅਮ 3 ਪੋਜ਼ੀਟਿਵ, ਠੀਕ ਹੈ। ਤਾਂ ਇਹ ਇਸ ਗਰੁੱਪ ਦੇ ਵਿੱਚ ਆਏਗਾ ਜਿਹਦੇ ਵਿੱਚ ਐਲੂਮੀਨੀਅਮ ਹੈ। ਜਿਸ ਦੇ ਥੈਲੇ ਵਿੱਚੋਂ ਹਵਾ ਕੱਢ ਕੇ ਨਾਈਟ੍ਰੋਜਨ ਗੈਸ ਭਰ ਦਿੰਦੇ ਹਾਂ ਤਾਂ ਕਿ ਇਹਦਾ ਆਕਸੀਕਰਨ ਨਾ ਹੋ ਸਕੇ, ਠੀਕ ਹੈ ਬੇਟਾ। ਅਗਲਾ ਕਲੋਰਾਈਡ ਅਣ ਵਿੱਚ ਸੰਯੋਜਕ ਇਲੈਕਟ੍ਰੋਨਾਂ ਦੀ ਸੰਖਿਆ। ਪਹਿਲਾਂ ਤਾਂ ਆਪਾਂ ਕਲੋਰਾਈਡ ਦੀ ਇਲੈਕਟ੍ਰੋਨਿਕ ਤਰਤੀਬ ਲਿਖਦੇ ਹਾਂ। ਕਲੋਰੀਨ ਦੀ ਇਲੈਕਟ੍ਰੋਨਿਕ ਤਰਤੀਬ 17 ਹੁੰਦਾ, 2 8 7। ਕਲੋਰੀਨ ਨੈਗੇਟਿਵ, 1 ਇਲੈਕਟ੍ਰੋਨ ਹੋਰ ਲੈ ਲਿਆ ਤਾਂ 2 8 8। ਕਿੰਨੇ ਇਲੈਕਟ੍ਰੋਨ ਹੋ ਗਏ? ਬਾਹਰੀ ਸੈੱਲ ਵਿੱਚ 8। ਸੰਯੋਜਕ ਇਲੈਕਟ੍ਰੋਨ ਵੀ ਕਿੰਨੇ ਹੋ ਗਏ? 8 ਹੋ ਗਏ। ਅਗਲਾ ਹੀਟਰੀਆਂ ਵਿੱਚੋਂ ਕਿਹੜੇ ਯੌਗ ਦਾ ਘੋਲ ਅੰਡੇ ਦੇ ਛਿਲਕੇ ਦੇ ਬਰੀਕ ਟੁਕੜਿਆਂ ਨਾਲ ਕਿਰਿਆ ਕਰਕੇ ਇੱਕ ਗੈਸ ਪੈਦਾ ਕਰਦਾ ਹੈ ਜੋ ਚੂਨੇ ਨੂੰ ਦੁਧੀਆ ਕਰ ਦਿੰਦੀ ਹੈ? ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀ ਪਹਿਲਾਂ ਵਾਲੀ ਵੀਡੀਓ 'ਚ। ਕਿਹੜੀ ਹੁੰਦੀ ਆ ਉਹ? HCl। ਅਗਲਾ ਕੁਐਸਚਨ ਆਮ ਤੌਰ 'ਤੇ nth ਸ਼ੈੱਲ ਵਿੱਚ ਵੱਧ ਤੋਂ ਵੱਧ ਇਲੈਕਟ੍ਰੋਨ ਆ ਸਕਦੇ ਹਨ ਜੇਕਰ n ਸ਼ੈੱਲ ਦਾ ਨੰਬਰ ਦਰਸਾਉਂਦਾ ਹੈ। n ਸ਼ੈੱਲ ਦਾ ਨੰਬਰ ਦਰਸਾਉਂਦਾ ਵੀ ਆਪਾਂ ਦੱਸਣਾ ਵੀ ਕਿੰਨੇ ਵੱਧ ਤੋਂ ਵੱਧ ਇਲੈਕਟ੍ਰੋਨ ਆ ਸਕਦੇ ਨੇ। ਕਿੰਨੇ ਇਲੈਕਟ੍ਰੋਨ ਆ ਸਕਦੇ ਨੇ ਬੇਟਾ? 2n ਦੀ ਘਾਤ 2 ਇਲੈਕਟ੍ਰੋਨ ਵੱਧ ਤੋਂ ਵੱਧ ਆ ਸਕਦੇ ਨੇ। ਜਿਵੇਂ ਪਹਿਲਾ ਸ਼ੈੱਲ ਹੈ n ਦੀ ਵੈਲਿਊ 1, ਉਹਦੇ ਵਿੱਚ 2 ਆ ਸਕਦੇ ਨੇ, ਫਿਰ 8 ਆ ਸਕਦੇ ਨੇ, ਫਿਰ 18, ਐਵੇਂ ਆਪਾਂ ਲਿਖ ਸਕਦੇ ਹਾਂ, ਠੀਕ ਹੈ ਬੇਟਾ। 2n ਦੀ ਘਾਤ 2 ਵੱਧ ਤੋਂ ਵੱਧ ਇਲੈਕਟ੍ਰੋਨ ਆ ਜਿਹੜੇ ਉਹ ਆ ਸਕਦੇ ਨੇ nth ਸ਼ੈੱਲ ਵਿੱਚ। ਹੇਠਲੀ ਵਿੱਚ ਕਿਹੜੀ ਇਲੈਕਟ੍ਰੋਨਿਕ ਤਰਤੀਬ ਅਲਕਲੀ ਧਾਤਾਂ ਦੀ ਹੈ? ਇਹ ਤਾਂ ਸਾਰਿਆਂ ਨੂੰ ਹੀ ਆਉਂਦਾ ਹੋਣਾ ਬੇਟਾ। ਕਿਹੜੀ ਹੈ? ਅਲਕਲੀ ਧਾਤਾਂ ਦੇ ਵਿੱਚ 1 ਇਲੈਕਟ੍ਰੋਨ ਹੁੰਦਾ ਬਾਹਰਲੀ ਸ਼ੈੱਲ ਦੇ ਵਿੱਚ, ਤਾਂ ਕਿਹੜੀ ਹੈ ਇਹ? 2 8 1 ਅਲਕਲੀ ਧਾਤਾਂ ਦੀ ਹੈ। ਉਸ ਤੋਂ ਬਾਅਦ ਅਲਕਲਾਈਨ ਅਰਥ ਮੈਟਲ ਦੀ 2 8 2 ਹੁੰਦੀ ਆ। ਇਹ ਨੋਬਲ ਗੈਸਾਂ ਨਾਲ ਰਿਲੇਟਡ ਹੈ,
ठीक है। ये किहदे नाल है, हैलोजन नाल, हैलोजन फैमिली ए नोबल गैसेस। ठीक है बेटा। एक जड़ी घोल जिसकी pH 0 है, pH 0 है मतलब ये 7 ਤੋਂ घट है, जे 7 ਤੋਂ घट pH ਹੁੰਦੀ है तो ਕਿਹੜਾ ਹੁੰਦਾ बेटा ਉਹ तेजाबी ਹੁੰਦਾ, जे 7 ਹੁੰਦੀ है तो उदासीन होना सी, जे 7 ਤੋਂ ज़्यादा ਹੁੰਦਾ तो फिर खारी होना सी। अगला सिरका बनता है 3 ਤੋਂ 4% एसिटिक एसिड का पानी विच घोल, 25 ਤੋਂ 30% एसिटिक एसिड का पानी विच घोल, 35 ਤੋਂ 40 एसिटिक एसिड का पानी विच घोल, 50% एसिटिक एसिड का पानी विच घोल। ये काफ़ी इंपोर्टेंट है, याद रखना तुसी। 3 ਤੋਂ 4% एसिटिक एसिड CH3COOH इसका पानी विच घोल सिरका बनता है। हरलियां विचों किहड़ा कथन ठीक नहीं है, ठीक है। जिंक ऑक्साइड प्लस कार्बन, जिंक प्लस कार्बन मोनोऑक्साइड, ये रिडॉक्स क्रिया है, ठीक है भी। ऑक्सीडेशन भी हो रही है तो रिडक्शन भी हो रहा है, मतलब ऑक्सीकरण भी हो रहा है तो लघुकरण भी हो रहा है, इस करके रिडॉक्स क्रिया सही है। सी ऑक्सीकृत हो रहा है CO विच, ऑक्सीजन ऐड हो रही है जुड़ रही है तो ये ऑक्सीकृत हो रहा है, सही गल है। जिंक ऑक्साइड के विच ऑक्सीजन निकल रही है तो यह लघुकृत हो रहा है, सही है। जिंक ऑक्साइड कहते ऑक्सीकृत हो रहा है, ये स्टेटमेंट गलत है, ये ऑप्शन अपने लिए सही आएगी। कॉपर सल्फेट 5 वाटर मॉलिक्यूल द्वारा दर्शाए जा रहे अणु विच कुल परमाणुओं की संख्या कितनी है, देखो बेटा कितनी है। एक कॉपर हो गया, एक सल्फर, 4 ऑक्सीजन, कितनी हो गई, 1 तो 1 2 तो 4 6 तो ये ही हो गए, ठीक है। अगे ये इन्होंने 2 ਨਾਲ गुणा 5 ਨਾਲ गुणा भी होगी, 2 हाइड्रोजन दे 1 ऑक्सीजन का 3, 5 ਨਾਲ गुणा होगी, उस बाद इनू 5 लगे ना मूरे तो 5 ते 15 15 हो गए, ये 15 ते 6 21, तो इस दे विच किन्ने परमाणु हैं, 21 हैं। क्या बेटा। अगला लाइपेज एंजाइम किस उत्ते क्रिया करता है, किस उत्ते क्रिया करता बेटा, ये चर्बी उत्ते क्रिया करता है। अगे अंगूरां विच कायिक प्रजनन की विधि है, काफ़ी इंपोर्टेंट है। अंगूरां विच कायिक प्रजनन की विधि किहड़ी है, कलम लगाउणा, कलम लगाई जाती है अंगूरां दी, तां अंगूरां दी वेल अपने कोल उगर जाती है। किहड़ा रोग अनुवंशिक वध हुंदा है, मतलब अनुवंशिक मतलब पीढ़ी दर पीढ़ी चलता है, मतलब जे किसी एक नूं हो गया, किहड़ा हुंदा भी खून च चलदा ना वो, तो उस करके इहनूं हीमोफीलिया बोलते हैं। मलेरिया, तपदिक, ये सारे प्लेग ये अनुवंशिक रोग नहीं हुंदे, मतलब पिता तो बच्चे नूं जां माँ तो बच्चे नूं नहीं हुंदे। मूँह विच पानी का आउणा डैश है, ये तो काफ़ी सिंपल है, किहड़ी क्रिया भी ये परिवर्ती क्रिया, रिफ्लैक्स एक्शन। वाधा हारमोन डैश ग्रंथि द्वारा पैदा हुंदा है, वाधा हारमोन पिट्यूटरी ग्रंथि द्वारा पैदा हुंदा है। इहदे नाल दा रिलेटेड क्वेश्चन भी है, पिट्यूटरी ग्रंथि नूं मास्टर ग्रंथि भी कहा जाता है। फल किस तो बनता है, फल किस तो बनता बेटा, अंडकोश तो फल बनता, अंडकोश दे विच अंडे रिलीज हुंदे ने, उत्थों ही यह फल बनता है। यूनीवर्सल रिसैप्टर किस खून वर्ग नूं कहा जाता है, किहड़ा है, काफ़ी आसान है, तो किहड़ा भी AB रिसैप्टर मतलब खून लै सकता है, AB ग्रुप है जिहदा खून ब्लड ग्रुप AB है, वो हर किसी तो खून लै सकता है। तो यूनीवर्सल डोनर किहड़ा हुंदा बेटा, ओ यूनीवर्सल डोनर हुंदा है, ये हर एक नूं खून दे सकता है, ठीक है। क्लीयर है बेटा। उस बहनी का नाम दसो जो गुरदे नूं मूत्र मसाना नाल जोड़ती है, किहड़ी बहनी है बेटा, वो मूत्र बहनी, तो बहुत सौखा सी। ते गुरदियां दी कार्यात्मक इकाई नूं की बोलते हैं आपां, नैफ्रॉन बोलते हैं, ठीक है। लहू वहणियां दी दीवार की मोटाई एक सैल डैश दी हुंदी है, किहड़ी दी हुंदी है बेटा, कोशिकावां दी हुंदी है। भोजन लड़ी विच तीजे आहारी पद्धर ते किहड़े जीव आउंदे ने, भोजन लड़ी तुसीं पढ़िया होना, ये तो बहुत सौखा क्वेश्चन कहांगे इहनूं आपां, किहड़ा आउंदे ने तीजे नंबर ते, मांसाहारी आउंदे ने, पहले ते उत्पादक आउंदे ने, पौधे आ जांदे, फिर शाकाहारी, फिर मांसाहारी, फिर मृताहारी, ठीक है बेटा। हेठ लिखिआं दे विचों किहड़ा लिंगी हारमोन है, टेस्टोस्टेरोन, ईस्ट्रोजन, किहड़ा लिंगी हारमोन है बेटा, दोनों ही एक ते दो दोनों लिंगी हारमोन हैं, ठीक है। कुदरती चोन द्वारा जीव विकास का सिद्धांत किसने दिता, चार्लस डार्विन ने दिता, ठीक है। कुदरती चोन द्वारा जीव विकास का हुंदा, जिहड़ा जीवां दा विकास हुंदा, उहदा सिद्धांत किहने दिता सी, चार्लस
ਡਾਰਵਿਨ ਨੇ ਦਿੱਤਾ ਸੀ। ਕਿਹੜਾ ਹਾਰਮੋਨ ਸਰੀਰ ਨੂੰ ਆਪਾਤਕਾਲੀਨ ਸਥਿਤੀ ਲਈ ਤਿਆਰ ਕਰਦਾ ਹੈ? ਕਾਫੀ ਇੰਪੋਰਟੈਂਟ ਕੁਐਸਚਨ ਹੈ। ਕਿਹੜਾ ਹਾਰਮੋਨ ਆ ਜਿਹੜਾ ਸਰੀਰ ਨੂੰ ਮਤਲਬ ਕੋਈ ਆਪਾਤਕਾਲੀਨ ਸਥਿਤੀ ਹੋ ਗਈ ਉਹਦੇ ਲਈ ਤਿਆਰ ਕਰਦਾ ਹੈ? ਕਿਹੜਾ ਤਿਆਰ ਕਰਦਾ ਬੇਟਾ? ਇਹ ਐਡਰੀਨਾਲਿਨ। ਠੀਕ ਹੈ, ਤੀਜੀ ਆਪਸ਼ਨ ਇਹਦੇ ਲਈ ਸਹੀ ਬਣੇਗੀ। ਲਾਸਟ ਕੁਐਸਚਨ ਸਾਇੰਸ ਦਾ, ਕੋਈ ਲੜਕਾ ਆਪਣੇ ਪਿਤਾ ਤੋਂ ਕਿਸ ਗੁਣਸੂਤਰ ਨੂੰ ਪ੍ਰਾਪਤ ਕਰਦਾ ਹੈ? ਕਿਹੜੇ ਗੁਣਸੂਤਰ ਨੂੰ ਪ੍ਰਾਪਤ ਕਰਦਾ ਬੇਟਾ? ਵਾਈ। ਕਿਉਂ? ਕਿਉਂਕਿ ਮਨੁੱਖ ਦੇ ਵਿੱਚ, ਪਿਤਾ ਦੇ ਵਿੱਚ ਜਾਂ ਆਪਾਂ ਲੜਕੇ ਦੇ ਵਿੱਚ ਗੱਲ ਕਰੀਏ, ਦੋ ਗੁਣਸੂਤਰ ਹੁੰਦੇ ਨੇ ਐਕਸ ਵਾਈ। ਠੀਕ ਹੈ, ਲੜਕੀ ਦੇ ਵਿੱਚ ਐਕਸ ਗੁਣਸੂਤਰ ਹੁੰਦੇ ਨੇ। ਜੇ ਲੜਕਾ ਪੈਦਾ ਹੋਊਗਾ ਤਾਂ ਪਿਤਾ ਵਾਲੇ ਪਾਸਿਓਂ ਵਾਈ ਗੁਣਸੂਤਰ ਅਤੇ ਇੱਧਰਲੇ ਪਾਸੋਂ ਐਕਸ, ਮਤਲਬ ਐਕਸ ਵਾਈ ਮਿਲ ਕੇ ਲੜਕਾ ਪੈਦਾ ਹੁੰਦਾ ਹੈ। ਠੀਕ ਹੈ, ਜੇ ਪਿਤਾ ਵਾਲੇ ਪਾਸੋਂ ਵੀ ਐਕਸ ਆ ਗਿਆ, ਇੱਧਰੋਂ ਵੀ ਐਕਸ ਆ ਗਿਆ, ਤਾਂ ਫਿਰ ਕੀ ਪੈਦਾ ਹੋਊਗੀ? ਲੜਕੀ ਪੈਦਾ ਹੋਊਗੀ। ਕਲੀਅਰ ਹੈ ਬੇਟਾ? ਇਸੀ ਸਾਇੰਸ ਵਾਲਾ ਪਾਰਟ। ਅੱਗੇ ਆਪਾਂ ਮੈਥ ਵਾਲਾ ਦੇਖਦੇ ਹਾਂ। ਜੇਕਰ x + a 2x² + 2x + 5x + 10 ਦਾ ਗੁਣਨਖੰਡ ਹੋਵੇ ਤਾਂ a ਦਾ ਮੁੱਲ ਪਤਾ ਕਰੋ। ਜੇ ਇਹ ਗੁਣਨਖੰਡ ਹੈ ਇਹਦਾ ਤਾਂ ਇਹਦੀ 0 ਵੀ ਹੋਊਗਾ। ਠੀਕ ਹੈ, ਇਸ ਬਹੁਪਦ ਦੀ 0 ਵੀ ਇਹ ਹੋਊਗਾ ਜੇ ਇਹਦਾ ਗੁਣਨਖੰਡ ਹੈ। ਠੀਕ ਹੈ, ਤਾਂ x + a ਨੂੰ ਜੇ ਆਪਾਂ 0 ਦੇ ਬਰਾਬਰ ਰੱਖ ਦਈਏ, ਆਪਣੇ ਕੋਲ x ਬਰਾਬਰ ਕਿੰਨਾ ਆ ਜਾਊਗਾ? -a ਆ ਜਾਊਗਾ। ਠੀਕ ਹੈ, x ਬਰਾਬਰ ਕਿੰਨਾ ਆ ਜਾਊਗਾ ਬੇਟਾ ਆਪਣੇ ਕੋਲ? -a। ਫਿਰ ਇਹਨੂੰ ਜੇ ਤੁਸੀਂ ਸੋਲਵ ਕਰ ਲਓ, x ਨੂੰ ਆਪਾਂ -a ਭਰ ਦਾਂਗੇ ਤਾਂ ਹੱਲ ਕਰੋ। ਦੇਖੋ ਬੇਟਾ, x ਨੂੰ -a ਭਰ ਦਿਓ, ਇਹਦੇ ਵਿੱਚ 2a ਦੀ 2, ਕਿਉਂਕਿ ਸਕੇਅਰ ਕਰਾਂਗੇ ਮਾਈਨਸ ਪਲੱਸ ਹੋ ਜੂ। ਫਿਰ -2a ਦੀ 2, x ਦੀ ਥਾਂ 'ਤੇ a ਭਰਤਾ। ਫਿਰ -10a 5a -5a + 10 ਬਰਾਬਰ 0। 0 ਹੋਊਗਾ ਕਿਉਂਕਿ 0 ਦੇ ਬਰਾਬਰ ਰੱਖਾਂਗੇ। -2a ਨਾਲ +2a ਕੈਂਸਲ। -5a ਬਰਾਬਰ -10 ਦੇ, a ਬਰਾਬਰ -10/-5 ਕੱਟ ਕੇ ਕਿੰਨਾ ਆ ਜਾਊਗਾ? 2। ਤਾਂ a ਦਾ ਮੁੱਲ ਕਿੰਨਾ ਆਏਗਾ ਆਪਣੇ ਕੋਲੇ? 2 ਆਏਗਾ। ਚੌਥੀ ਆਪਸ਼ਨ ਆਏਗੀ। ਯੂਕਲਿਡ ਵੰਡ ਪ੍ਰਮੇਇਕ ਅਨੁਸਾਰ ਦਿੱਤੀਆਂ ਹੋਈਆਂ ਦੋ ਧਨਾਤਮਕ ਸੰਪੂਰਨ ਸੰਖਿਆਵਾਂ a ਅਤੇ b ਲਈ ਦੋ ਵਿਲੱਖਣ ਪੂਰਨ ਸੰਖਿਆਵਾਂ q ਅਤੇ r ਹੁੰਦੀਆਂ ਹਨ ਕਿ a ਬਰਾਬਰ bq + r ਹੋ ਜਾਂਦਾ ਹੈ, ਜਿੱਥੇ r ਹੇਠ ਲਿਖਿਆਂ ਵਿੱਚੋਂ ਕਿਹੜੀ ਸ਼ਰਤ ਨੂੰ ਪੂਰੀ ਕਰਦਾ ਹੈ? ਇਹ ਤਾਂ ਕਾਫੀ ਇੰਪੋਰਟੈਂਟ ਹੈ ਵੀ ਰਿਮਾਈਂਡਰ ਜਿਹੜਾ ਬਾਕੀ ਆ ਉਹ ਕੀ ਹੋਣਾ ਚਾਹੀਦਾ? 0 ਹੋ ਸਕਦਾ, 0 ਤੋਂ ਵੱਡਾ ਹੋ ਸਕਦਾ, ਪਰ b ਤੋਂ ਛੋਟਾ ਹੋਏਗਾ। ਤੀਜੀ ਆਪਸ਼ਨ ਇਹਦੇ ਲਈ ਸਹੀ ਆਏਗੀ। ਕਿ ਦੇ ਕਿਸ मान ਲਈ ਸਮੀਕਰਨਾਂ ਇੱਕ ਦੂਜੇ ਦੇ ਸੰਪਾਤੀ ਹੋਣਗੀਆਂ? ਸੰਪਾਤੀ ਕਿਵੇਂ? ਜੇ ਸੰਪਾਤੀ ਹੋ ਗਈਆਂ ਤਾਂ ਇਹਨਾਂ ਦੀ ਰੇਸ਼ੋ ਆ, ਜਿਹੜਾ ਅਨੁਪਾਤ ਆ ਜਿਹੜਾ ਉਹ a1/a2 b1/b2 + c1/c2 ਤਿੰਨੇ ਬਰਾਬਰ ਹੋਣਗੇ। ਤਾਂ ਆਪਾਂ ਕਰਦੇ ਹਾਂ a1/a2 ਲਿਖਦਾ ਮੈਂ x ਵਾਲੇ ਗੁਣਾਂਕ 1/2, ਫਿਰ y ਵਾਲੇ ਗੁਣਾਂਕ ਲਿਖੇ 2/k। ਆ ਗੁਣਾਂਕ ਹੋ ਗਏ ਨਾ, ਇਹਦਾ x ਦਾ 1 ਹੈ, ਇਹਦਾ 2 ਹੈ, y ਵਾਲੇ ਪਾਸੇ ਇਹਦਾ 2 ਹੈ, ਇਹਦਾ k ਹੈ। ਬਰਾਬਰ ਕਰ ਦਿਓ ਤਾਂ k ਦਾ ਮੁੱਲ ਆ ਜਿਹੜਾ 2 ਦੂਣੀ 4, ਇੱਧਰ ਗੁਣਾ ਕਰ ਦਿਓ, ਇਹਨੂੰ ਇੱਧਰ ਕਰ ਦਿਓ। k ਕਿੰਨਾ ਆ ਜਾਊਗਾ ਆਪਣੇ ਕੋਲੇ? 4 ਆ ਜਾਊਗਾ। ਠੀਕ ਹੈ ਬੇਟਾ, ਪਹਿਲੀ ਆਪਸ਼ਨ ਸਹੀ ਬਣੇਗੀ। ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਦੋ ਘਾਤੀ ਸਮੀਕਰਨ ਹਨ? ਕਿਹੜੇ ਸਮੀਕਰਨ ਦੋ ਘਾਤੀ ਨੇ? ਠੀਕ ਹੈ, ਇਹ ਵੀ ਦੋ ਘਾਤੀ ਹੈ, ਇਹ ਵੀ ਦੋ ਘਾਤੀ ਹੈ, ਇਹ ਦੋ ਘਾਤੀ ਨਹੀਂ ਹੈ, ਇਹ ਵੀ ਦੋ ਘਾਤੀ ਨਹੀਂ ਹੈ। ਕਿਹੜੇ ਨੇ? ਵੀ ਪਹਿਲੀ ਅਤੇ ਦੂਜੀ ਦੋ ਘਾਤੀ ਸਮੀਕਰਨ ਹੈ। ਕਿਹੜੀ ਆਪਸ਼ਨ ਬਣੇਗੀ? ਚੌਥੀ ਆਪਸ਼ਨ ਇਹਦੇ ਲਈ ਸਹੀ ਬਣੇਗੀ। ਹੇਠ ਲਿਖਿਆਂ ਵਿੱਚੋਂ ਕਿਹੜੀਆਂ ਅੰਕ ਗਣਿਤਕ ਲੜੀਆਂ ਹਨ? 4 ਤੇ 6 10 ਤੇ 16 ਤੇ 6 22 ਅੰਕ ਗਣਿਤਕ ਲੜੀ ਹੈ। ਇਹ ਵੀ -2 ਦਾ ਫਰਕ ਹੈ। ਠੀਕ ਹੈ, ਇਹ ਵੀ ਅੰਕ ਗਣਿਤਕ ਲੜੀ ਹੈ, ਇਹ ਅੰਕ ਗਣਿਤਕ ਲੜੀ ਨਹੀਂ ਹੈ, ਦੋਨੇ ਨਹੀਂ ਆ। ਸਿਰਫ ਪਹਿਲੀਆਂ ਤੇ ਪਹਿਲੇ ਦੋ ਆ ਜਿਹੜੀਆਂ ਆਪਸ਼ਨ ਆ ਉਹ ਅੰਕ ਗਣਿਤਕ ਲੜੀਆਂ ਹਨ। ਕਿਹੜੀ ਆਪਸ਼ਨ ਸਹੀ ਬਣੇਗੀ? ਤੀਜੀ। ਅਗਲਾ ਕੁਐਸਚਨ, ਜੇਕਰ ਤ੍ਰਿਭੁਜ ABC ਵਿੱਚ AB 6 ਵਰਗਮੂਲ 3 ਸੈਂਟੀਮੀਟਰ ਹੋਵੇ, AC ਬਰਾਬਰ 12 ਸੈਂਟੀਮੀਟਰ ਹੋਵੇ, BC ਬਰਾਬਰ 6 ਸੈਂਟੀਮੀਟਰ ਹੋਵੇ, ਤਾਂ ਕੋਣ B ਦਾ ਮੁੱਲ ਦੱਸੋ। AC ਆ ਜਿਹੜਾ ਇਹਦੇ ਵਿੱਚ ਕਰਨਾ ਬੇਟਾ, ਇਹ ਬਾਕੀ ਦੋਵੇਂ ਲੰਬ ਦੇ ਆਧਾਰ ਨੇ, ਇਹਨਾਂ ਦੋਵਾਂ ਦੇ ਵਰਗਾਂ ਜੋੜਾ ਜਿਹੜਾ AC ਦੇ ਵਰਗ ਦੇ ਬਰਾਬਰ ਹੋ ਜੂ। ਤਾਂ ਪਾਇਥਾਗੋਰਸ ਥਿਊਰਮ ਦਾ ਉਲਟਾ ਆਪਾਂ ਨੂੰ ਇਹ ਕਹਿੰਦਾ ਹੈ ਵੀ ਜੇ ਕਿਸੇ ਤ੍ਰਿਭੁਜ ਦੇ ਵਿੱਚ ਇੱਕ ਭੁਜਾ ਦਾ ਵਰਗ ਬਾਕੀ ਦੀਆਂ ਦੋਵੇਂ ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੋਵੇ ਤਾਂ ਪਹਿਲੀ ਭੁਜਾ ਦੇ ਸਾਹਮਣੇ ਵਾਲਾ ਕੋਣ ਸਮਕੋਣ ਹੁੰਦਾ ਹੈ। ਤਾਂ ਇਸ ਕਰਕੇ ਕੋਣ B ਆ ਜਿਹੜਾ ਉਹ 90 ਡਿਗਰੀ ਹੋਏਗਾ। ਤ੍ਰਿਭੁਜ ਦਾ ਪਰਿਮਾਪ ਪਤਾ ਕਰੋ ਜਿਸ ਦੇ ਬਿੰਦੂ 0 4 0 0 3 0 ਹਨ।
ਪਹਿਲਾਂ ਆਪਾਂ ਤਿਰਭੁਜਾਂ ਦੀਆਂ ਭੁਜਾਵਾਂ ਕੱਢ ਲਾਂਗੇ, ਫਿਰ ਆਪਾਂ ਜੋੜ ਦਾਂਗੇ, ਪ੍ਰਮਾਪ ਬਣ ਜੂਗਾ। ਇਹਨਾਂ ਦੋਹਾਂ ਤੋਂ ਇੱਕ ਭੁਜਾ ਮੰਨ ਲਓ ਮੈਂ ਕਹਿਤਾ ਵੀ AB ਨਿਕਲੂਗੀ, ਉਹ ਨਿਕਲ ਜੂਗੀ 4 ਸੈਂਟੀਮੀਟਰ। ਤੁਸੀਂ ਦੂਰੀ ਸੂਤਰ ਨਾਲ ਕੱਢ ਸਕਦੇ ਹੋ 4 ਸੈਂਟੀਮੀਟਰ, ਜਾਂ ਯੂਨਿਟ ਲਿਖ ਸਕਦੇ ਹੋ ਸਿੰਪਲ। ਆ 0 ਤੇ 3 ਤੋਂ ਨਿਕਲੂਗੀ BC, ਕਿੰਨੀ ਨਿਕਲ ਜੂਗੀ ਬੇਟਾ 3 ਸੈਂਟੀਮੀਟਰ। 3 0 ਤੇ 0 4 ਤੋਂ AC ਨਿਕਲੂਗੀ, ਉਹ ਨਿਕਲ ਜੂਗੀ 5 ਸੈਂਟੀਮੀਟਰ। ਠੀਕ ਹੈ, ਤਾਂ ਕਿੰਨਾ ਆਊਗਾ ਇਹਨਾਂ ਦਾ ਪ੍ਰਮਾਪ, ਕਿੰਨਾ ਆਊਗਾ? ਤਿੰਨਾਂ ਦਾ ਜੋੜ ਹੁੰਦਾ ਪ੍ਰਮਾਪ ਤਾਂ 4 ਤੇ 3 7 ਤੇ 5 12 ਆਊਗਾ ਇਹਦਾ ਪ੍ਰਮਾਪ। ਠੀਕ ਹੈ ਬੇਟਾ, 12 ਆਪਸ਼ਨ ਸਹੀ ਬਣੇਗੀ। ਸਾਈਨ A ਪਲੱਸ ਸਾਈਨ ਸਕੁਆਇਰ A ਬਰਾਬਰ 1, ਤਾਂ ਕੋਸ ਸਕੁਆਇਰ A ਪਲੱਸ ਕੋਸ ਦੀ ਪਾਵਰ 4A ਦਾ ਮੁੱਲ ਪਤਾ ਕਰੋ। ਚਲੋ ਸਟਾਰਟ ਕਰਦੇ ਹਾਂ ਆਪਾਂ। ਸਾਈਨ A ਬਰਾਬਰ 1 ਮਾਈਨਸ ਸਾਈਨ ਸਕੁਆਇਰ A, ਇੱਥੋਂ ਮਤਲਬ ਸਾਈਨ ਸਕੁਆਇਰ ਇਹਨੂੰ ਆਪਾਂ ਪਰਲੇ ਪਾਸੇ ਲੈ ਗਏ। ਮਤਲਬ ਜੇ ਗੱਲ ਕਰੀਏ ਸਾਈਨ A ਬਰਾਬਰ ਕੋਸ ਸਕੁਆਇਰ A, ਸਾਈਨ A ਬਰਾਬਰ ਕੋਸ ਸਕੁਆਇਰ A ਹੁੰਦਾ। ਠੀਕ ਹੈ, ਇੱਥੋਂ ਇਹ ਨਿਕਲਿਆ ਵੀ ਸਾਈਨ A ਕੋਸ ਸਕੁਆਇਰ A ਦੇ ਬਰਾਬਰ ਹੈ। ਇੱਥੋਂ ਚੱਲਦੇ ਆਪਾਂ ਕੋਸ ਸਕੁਆਇਰ A, ਕੋਸ ਦੀ ਪਾਵਰ 4 ਨੂੰ ਵੀ ਮੈਂ ਕੋਸ ਸਕੁਆਇਰ 'ਚ ਲਿਖੂੰਗਾ ਕਿਉਂਕਿ ਕੋਸ ਸਕੁਆਇਰ ਦਾ ਮੁੱਲ ਮੇਰੇ ਕੋਲ ਹੈਗਾ। ਠੀਕ ਹੈ, ਕੋਸ ਸਕੁਆਇਰ A ਮਤਲਬ ਸਾਈਨ A, ਫਿਰ ਕੋਸ ਸਕੁਆਇਰ A ਨੂੰ ਸਾਈਨ ਭਰਾਂਗੇ, ਉੱਪਰ ਪਾਵਰ ਹੈ ਪਲੱਸ ਸਾਈਨ ਸਕੁਆਇਰ A ਬਣ ਜੂਗਾ। ਇਹਦੀ ਵੈਲਿਊ ਆਪਾਂ ਨੂੰ ਕਿੰਨੀ ਦਿੱਤੀ ਹੋਈ ਹੈ ਕੁਐਸਚਨ 'ਚ? 1 ਦਿੱਤੀ ਹੋਈ ਹੈ, 1 ਦਿੱਤੀ ਹੈ ਨਾ। ਇਸ ਕਰਕੇ ਜਿਹੜਾ ਕੋਸ ਸਕੁਆਇਰ A ਹੈ ਪਲੱਸ ਕੋਸ ਦੀ ਪਾਵਰ 4A ਹੈ, ਉਹਦੀ ਵੈਲਿਊ ਵੀ ਕਿੰਨੀ ਹੋਊਗੀ? 1 ਹੋਊਗੀ। ਪਹਿਲੀ ਆਪਸ਼ਨ ਸਹੀ ਬਣੇਗੀ। ਅਗਲਾ, ਇੱਕ ਚੱਕਰ ਦੀਆਂ ਕਿੰਨੀਆਂ ਸਪਰਸ਼ ਰੇਖਾਵਾਂ ਹੋ ਸਕਦੀਆਂ ਹਨ? ਕਿੰਨੀਆਂ ਹੋ ਸਕਦੀਆਂ ਬੇਟਾ? ਅਨੰਤ ਹੋ ਸਕਦੀਆਂ। ਇੱਕ ਚੱਕਰ ਦੀਆਂ ਅਨੰਤ ਸਪਰਸ਼ ਰੇਖਾਵਾਂ ਹੋ ਸਕਦੀਆਂ। ਜੇ ਤੁਹਾਨੂੰ ਸਮਾਂਤਰ ਸਪਰਸ਼ ਰੇਖਾਵਾਂ ਪੁੱਛ ਲੈਣ ਫਿਰ ਕਿੰਨੀਆਂ ਹੋ ਸਕਦੀਆਂ? 2 ਹੋ ਸਕਦੀਆਂ। ਕਥਨਾਂ 'ਤੇ ਵਿਚਾਰ ਕਰੋ। ਚੱਕਰ ਦਾ ਪ੍ਰਮਾਪ, ਚੱਕਰ ਦੇ ਪ੍ਰਮਾਪ ਨੂੰ ਉਸ ਦਾ ਘੇਰਾ ਵੀ ਕਿਹਾ ਜਾਂਦਾ। ਠੀਕ ਹੈ, ਜੇਕਰ ਚੱਕਰ ਦਾ ਅਰਧ ਵਿਆਸ R ਹੋਵੇ, C ਚੱਕਰ ਦਾ ਘੇਰਾ ਹੋਵੇ ਤਾਂ C ਬਰਾਬਰ 2πr। ਠੀਕ ਹੈ, R ਚੱਕਰ ਦਾ ਖੇਤਰਫਲ 1/2πr ਦੀ 2। ਠੀਕ ਹੈ, ਚੱਕਰ ਦਾ ਖੇਤਰਫਲ 1/4πr ਦੀ 2। ਇਹ ਸਟੇਟਮੈਂਟ ਗਲਤ ਹੈ। ਮਤਲਬ ਕਿਹੜੀ ਸਟੇਟਮੈਂਟ ਗਲਤ ਹੈ ਇਹਨਾਂ ਦੇ ਵਿੱਚੋਂ? ਇਹਨਾਂ ਨੇ ਲਿਖਿਆ ਉਪਰੋਕਤ ਕਥਨਾਂ ਦੇ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ? ਕਿਹੜਾ ਸਹੀ ਨਹੀਂ ਹੈ ਬੇਟਾ? ਚੌਥਾ ਕਥਨ ਸਹੀ ਨਹੀਂ ਹੈ। ਅਗਲਾ, ਜੇਕਰ ਕਿਸੇ ਘਣਾਭ ਦੀ ਲੰਬਾਈ, ਚੌੜਾਈ ਤੇ ਉਚਾਈ L B ਅਤੇ H ਹੋਵੇ ਤਾਂ ਘਣਾਭ ਦਾ ਵਿਕਰਨ ਹੋਵੇਗਾ। ਇਹ ਵੀ ਕਾਫੀ ਸੌਖਾ ਹੈ। ਕਿੰਨਾ ਹੋਊਗਾ? L ਸਕੁਆਇਰ ਪਲੱਸ V ਸਕੁਆਇਰ ਪਲੱਸ H ਸਕੁਆਇਰ ਇਟਸ ਹੋਲ ਸਕੁਆਇਰ ਰੂਟ। ਠੀਕ ਹੈ, ਕਿਹੜਾ ਕਥਨ ਸਹੀ ਹੈ? ਬੋਲਕ ਬਰਾਬਰ 3 ਮੱਧਕਾ ਮਾਈਨਸ 2 ਮੱਧਮਣ, ਇਹੀ ਕਥਨ ਸਹੀ ਹੈ। ਬਾਕੀ ਕੋਈ ਵੀ ਕਥਨ ਸਹੀ ਨਹੀਂ ਹੈ। ਠੀਕ ਹੈ, ਅਗਲਾ ਕੁਐਸਚਨ, ਹੇਠ ਵਿੱਚੋਂ ਕਿਹੜੀ ਸੰਖਿਆ ਕਿਸੇ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ? ਕਿਹੜੀ ਨਹੀਂ ਹੋ ਸਕਦੀ? -1.5 ਕਿਸੇ ਵੀ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ। ਕਿਸੇ ਵੀ ਘਟਨਾ ਦੀ ਸੰਭਾਵਨਾ ਮਾਈਨਸ ਦੇ ਵਿੱਚ ਨਹੀਂ ਹੋ ਸਕਦੀ। ਘਟਨਾ ਦੀ ਸੰਭਾਵਨਾ 0 ਅਤੇ 1 ਦੇ ਵਿਚਕਾਰ ਹੁੰਦੀ ਹੈ। 0 ਵੀ ਹੋ ਸਕਦੀ ਹੈ, 1 ਵੀ ਹੋ ਸਕਦੀ ਹੈ, ਪਰ ਇਹਨਾਂ ਦੇ ਵਿਚਕਾਰ ਹੁੰਦੀ ਹੈ। ਠੀਕ ਹੈ, ਜੇ ਆਪਾਂ ਕਹਿ ਦਈਏ 4/3 ਇਹਨੂੰ ਭਾਗ ਕਰਾਂਗੇ ਤੇ 1 ਤੋਂ ਬਾਜੂ ਨਾ, ਇਹ ਕਿਸੇ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ। ਕਿ ਦੇ ਕੁਛ ਮੁੱਲ ਲਈ ਹੇਠਾਂ ਦਿੱਤੇ ਸਮੀਕਰਨ ਦੇ ਅਸੀਮਤ ਰੂਪ ਵਿੱਚ ਅਨੇਕ ਹੱਲ ਹੋਣਗੇ। ਜੇ ਅਨੇਕ ਹੱਲ ਹੋਣਗੇ ਤਾਂ ਬੇਟਾ ਇਹ ਕੀ ਹੋਣਗੀਆਂ? ਸੰਪਾਤੀ ਦੇ ਲਈ ਰੇਸ਼ੋ ਬਰਾਬਰ ਹੋਊਗੀ A1/A2 ਬਰਾਬਰ B1/B2। ਤਾਂ ਮੈਂ ਲਿਖ ਦੂੰਗਾ ਇੱਥੇ 12 ਗਾ। ਠੀਕ ਹੈ, ਇੱਥੇ ਆਪਣੇ ਕੋਲ 12, ਇੱਥੇ K ਆ, ਤਾਂ K ਸਕੁਆਇਰ ਬਰਾਬਰ 12 ਹੋਤੀ ਹੈ 36। K ਬਰਾਬਰ ਪਲੱਸ ਮੈਂ 6 ਆਊਗਾ, 6 ਆ ਜਾਊਗਾ। ਇੱਧਰਲੇ ਪਾਸੋਂ ਵੀ K 0 ਤੇ 6 ਆਊਗਾ। ਠੀਕ ਹੈ, ਤਾਂ K ਕਿਹੜਾ ਆਊਗਾ ਇਹਦੇ ਲਈ? ਫਿਰ 6 ਆਊਗਾ। ਠੀਕ ਹੈ ਬੇਟਾ, ਇਹ 6 ਬਣੂਗਾ K। ਹੇਠ ਲਿਖਿਆਂ ਵਿੱਚੋਂ ਕਿਹੜਾ ਪਹਿਲੀਆਂ n ਧਨ ਸੰਪੂਰਨ ਸੰਖਿਆਵਾਂ ਦਾ ਜੋੜ ਹੁੰਦਾ ਹੈ? ਕਾਫੀ ਇੰਪੋਰਟੈਂਟ ਹੈ, ਫਾਰਮੂਲਾ ਹੀ ਹੈ। SN ਬਰਾਬਰ NN + 1/2। ਧਨ ਸੰਪੂਰਨ ਸੰਖਿਆਵਾਂ ਦਾ ਜੋੜ ਇੰਨਾ ਹੁੰਦਾ। ਜੇ ਜਿਸਤ ਪੁੱਛ ਲੈਣ ਜਾਂ ਟਾਂਕ ਕੱਲੀਆਂ ਪੁੱਛ ਲੈਣ ਫਿਰ ਕਿੰਨਾ ਹੋਊਗਾ? NN + 1 ਹੋਊ। ਠੀਕ ਹੈ ਬੇਟਾ, x ਅਤੇ y ਦੇ ਵਿਚਕਾਰ ਇੱਕ ਸੰਬੰਧ ਪਤਾ ਕਰੋ ਕਿ ਬਿੰਦੂ XY 7 1 3 5 ਦੋਨਾਂ ਤੋਂ ਬਰਾਬਰ ਦੂਰੀ 'ਤੇ ਹੋਵੇ। ਪਹਿਲਾਂ ਆਪਾਂ ਬਰਾਬਰ ਦੂਰੀ ਰੱਖਾਂਗੇ। ਪਹਿਲਾਂ ਆਪਾਂ ਦੂਰੀ ਕੱਢ ਲਾਂਗੇ XY ਦੀ 7 1 ਤੋਂ ਕੱਢ ਲਾਂਗੇ। ਠੀਕ ਹੈ, ਫਿਰ ਆਪਾਂ ਦੂਰੀ ਕੱਢ ਲਾਂਗੇ, ਦੂਰੀ ਸੂਤਰ ਲਾ ਕੇ 3 5 ਤੋਂ। ਠੀਕ ਹੈ, ਦੋਵਾਂ ਨੂੰ ਕੀ ਰੱਖ ਦਾਂਗੇ? ਬਰਾਬਰ। ਠੀਕ ਹੈ, ਉੱਥੋਂ ਸੋਲਵ ਕਰਕੇ ਆਪਣੇ ਕੋਲ ਆਪਸ਼ਨ ਬਣੂਗੀ x - y = 2। ਠੀਕ ਹੈ, ਇਹਦੇ ਲਈ ਤੀਜੀ ਆਪਸ਼ਨ ਸਹੀ ਬਣੇਗੀ। ਅਗਲਾ,
ਕਿਸੇ ਸਮਕੋਣ ਤ੍ਰਿਭੁਜ ABC ਵਿੱਚ ਜਿਸ ਦਾ ਕੋਣ B ਸਮਕੋਣ ਹੈ, tan A ਬਰਾਬਰ 1 ਤਾਂ 2 sin A cos A ਦਾ ਮੁੱਲ ਪਤਾ ਕਰੋ। tan A ਬਰਾਬਰ 1 ਮਤਲਬ A ਬਰਾਬਰ 45, ਕਿਉਂਕਿ tan ਆ ਜਿਹੜਾ 45 ਡਿਗਰੀ ਦੇ 1 ਦੇ ਬਰਾਬਰ ਹੁੰਦਾ, ਤਾਂ ਆਪਾਂ ਭਰ ਦਿਓ A ਨੂੰ 45, 2 sin 45 cos 45, ਠੀਕ ਹੈ। sin 45 ਮਤਲਬ 1/√2, cos 45 ਵੀ 1/√2, 2 1/√2, ਇਹਨਾਂ ਵਰਗਮੂਲ 2 ਨੂੰ ਵਰਗਮੂਲ 2 ਨਾਲ ਗੁਣਾ ਕੀਤੀ 2 ਕੈਂਸਲ, ਮਤਲਬ ਕਿੰਨਾ ਆਊਗਾ 1 ਆਊਗਾ। 2 sin A cos A ਬਰਾਬਰ 1, ਪਹਿਲੀ ਆਪਸ਼ਨ ਸਹੀ। ਤ੍ਰਿਭੁਜ ਦਾ ਖੇਤਰਫਲ ਜਿਸ ਦੇ ਸਿਖਰ ਡੈਸ਼ ਹਨ, ਠੀਕ ਹੈ ਬੇਟਾ। ਇਹ ਤਾਂ ਕਰ ਸਕਦੇ ਹਾਂ x1 y1 x2 y2 x3 y3, ਠੀਕ ਹੈ। ਫਾਰਮੂਲਾ ਹੁੰਦਾ ਆਪਣੇ ਕੋਲ ਹਾਫ ਆਫ x1 y2 ਮਾਈਨਸ y3 ਪਲੱਸ x2 y3 ਮਾਈਨਸ y1 ਪਲੱਸ x3 y1 ਮਾਈਨਸ y2। ਇਹ ਫਾਰਮੂਲਾ ਲਾ ਦਾਂਗੇ, ਇਹ ਤੋਂ ਆਪਣੇ ਕੋਲੇ ਵੈਲਿਊ ਆ ਜੂਗੀ। ਤ੍ਰਿਭੁਜ ਦਾ ਖੇਤਰਫਲ ਆ ਜਿਹੜਾ ਉਹ ਆਪਣੇ ਕੋਲੇ ਨਿਕਲਿਆ ਹੈਗਾ, ਠੀਕ ਹੈ ਬੇਟਾ। ਕਿੰਨਾ ਆ ਜਾਏਗਾ 24 ਆ ਜਾਏਗਾ, ਦੂਜੀ ਆਪਸ਼ਨ ਸਹੀ ਬਣ ਜੀ। ਅਗਲਾ ਕਥਨਾਂ ਦੇ ਵਿਚਾਰ ਕਰੋ। ਕਥਨ 1, ਚੱਕਰ ਦੇ ਅੰਦਰ ਸਥਿਤ ਕਿਸੇ ਵੀ ਬਿੰਦੂ ਤੋਂ ਹੋ ਕੇ ਜਾਣ ਵਾਲੇ ਚੱਕਰ ਤੇ ਕੋਈ ਵੀ ਸਪਰਸ਼ ਰੇਖਾ ਨਹੀਂ ਹੈ। ਜੇ ਆ ਬਿੰਦੂ ਆ ਮੰਨ ਲਓ ਇਹਦੇ ਵਿੱਚ ਨਹੀਂ ਜਾ ਕੇ ਤਾਂ ਛੇਦਕ ਰੇਖਾ ਬਣੂਗੀ, ਸਪਰਸ਼ ਰੇਖਾ ਨਹੀਂ ਹੈ, ਠੀਕ ਹੈ ਸਟੇਟਮੈਂਟ। ਚੱਕਰ ਦੇ ਬਾਹਰ ਸਥਿਤ ਕਿਸੇ ਵੀ ਬਿੰਦੂ ਤੋਂ ਚੱਕਰ ਤੇ ਇੱਕ ਪਾਸੇ, ਜੇ ਇੱਕ ਪਾਸੇ ਗੱਲ ਕਰਾਂਗੇ ਤਾਂ ਇੱਕ ਹੀ ਸਪਰਸ਼ ਰੇਖਾ ਹੈ, ਇਹ ਵੀ ਸਟੇਟਮੈਂਟ ਕੀ ਹੈ ਸਹੀ ਹੈ। ਅਗਲਾ ਚੱਕਰ ਦੇ ਬਾਹਰ ਸਥਿਤ ਕਿਸੇ ਬਿੰਦੂ ਤੇ ਜਾਣ ਵਾਲੇ ਚੱਕਰ ਦੀਆਂ 2 ਅਤੇ ਕੇਵਲ 2 ਹੀ ਸਪਰਸ਼ ਰੇਖਾਵਾਂ ਹਨ। ਬਾਹਰ ਸਥਿਤ ਕੋਈ ਬਿੰਦੂ ਹੈ ਇੱਥੇ, ਉਹਦੇ ਤੋਂ ਕਿੰਨੀਆਂ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਨੇ 2, ਠੀਕ ਹੈ। ਇਹ ਵੀ ਸਹੀ ਹੈ, ਮਤਲਬ ਤਿੰਨੇ ਕਥਨ ਸਹੀ ਹਨ, ਸਾਰੇ ਕਥਨ ਪਹਿਲਾ ਦੂਜਾ ਤੀਜਾ ਸਹੀ ਹਨ। ਅਗਲਾ ਕਿਸੇ ਬਾਰੰਬਾਰਤਾ ਵੰਡ ਸਾਰਣੀ ਵਿੱਚ ਕਿਸੇ ਵਰਗ ਦੀ ਸੰਚਵੀਂ ਬਾਰੰਬਾਰਤਾ ਉਸ ਵਰਗ ਤੋਂ ਪਹਿਲਾਂ ਵਾਲੇ ਸਾਰੇ ਵਰਗਾਂ ਦੀ ਬਾਰੰਬਾਰਤਾ ਦਾ ਜੋੜ ਹੁੰਦਾ ਹੈ, ਠੀਕ ਹੈ ਬੇਟਾ। ਇਹ ਸੀ ਆਪਣਾ ਸਾਇੰਸ ਔਰ ਮੈਥ ਵਾਲਾ ਪਾਰਟ PSTSC 2019-20, ਠੀਕ ਹੈ ਬੇਟਾ। ਮੈਨੂੰ ਉਮੀਦ ਆ ਤੁਹਾਨੂੰ ਇਹ ਸਮਝ ਆ ਗਿਆ ਹੁਣ। ਥੈਂਕ ਯੂ।